ਸ੍ਰੀ ਅਕਾਲ ਜੀ। ਦੀ ਟਰੁੱਥ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਕਹਾਣੀ ਚੰਬੇਲੀ ਸ਼ਹਿਜ਼ਾਦੀ। ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਰਾਜਕੁਮਾਰ ਵਜ਼ੀਰ ਦੇ ਪੁੱਤਰ ਦੇ ਨਾਲ ਸ਼ਿਕਾਰ ਖੇਡਣ ਗਿਆ। ਦੋਹਾਂ ਦੀ ਆਪੋ ਵਿੱਚ ਬਹੁਤ ਬਣਦੀ ਸੀ। ਵਜ਼ੀਰ ਦਾ ਲੜਕਾ ਰਾਜਕੁਮਾਰ ਨਾਲ ਇਤਨਾ ਸਨੇਹ ਕਰਦਾ ਸੀ ਕਿ ਉਹ ਇਹਦੀ ਖਾਤਰ ਜਿੰਦ ਜਾਨ ਵੀ ਕਰਵਾਉਣ ਲਈ ਤਿਆਰ ਸੀ। ਜੰਗਲ ਵਿੱਚ ਸ਼ਿਕਾਰ ਖੇਡਦਿਆਂ ਇੱਕ ਹਿਰਨ ਦਾ ਪਿੱਛਾ ਕਰਦਿਆਂ ਉਹ ਦੋਵੇਂ ਬਹੁਤ ਦੂਰ ਨਿਕਲ ਗਏ। ਰਾਜਕੁਮਾਰ ਥੱਕ ਕੇ ਚੂਰ ਹੋ ਗਿਆ। ਪਿਆਸ ਨਾਲ ਉਸਦਾ ਜਿਸਮ ਧੋਖਣ ਲੱਗਾ, ਪਰ ਪਾਣੀ ਦੀ ਸਿੱਪੀ ਵੀ ਕਿਧਰੇ ਵਿਖਾਈ ਨਾ ਦਿੱਤੀ। ਰਾਜਕੁਮਾਰ ਬੇਹਾਲ ਹੋਇਆ ਇੱਕ ਘਣੇ ਦਰਖਤ ਹੇਠਾਂ ਲੇਟ ਗਿਆ ਤੇ ਵਜ਼ੀਰ ਪੁੱਤਰ ਜੰਗਲ ਵਿੱਚੋਂ ਪਾਣੀ ਲੱਭਣ ਗਿਆ। ਕਾਫੀ ਦੇਰ ਤੱਕ ਇੱਧਰ ਉੱਧਰ ਭਟਕਣ ਮਗਰੋਂ ਵਜ਼ੀਰ ਪੁੱਤਰ ਨੂੰ ਇੱਕ ਬਾਗ ਵਿਖਾਈ ਦਿੱਤਾ। ਉਸ ਬਾਗ ਵਿੱਚ ਇੱਕ ਬੌਲੀ ਵੇਖ ਕੇ ਵਜ਼ੀਰ ਪੁੱਤਰ ਦਾ ਤਨ ਮਨ ਖਿੜ ਗਿਆ। ਪੌੜੀਆਂ ਉਤਰ ਕੇ ਉਸਨੇ ਪਾਣੀ ਦਾ ਇੱਕ ਕੜਵਾ ਭਰਿਆ। ਜਦੋਂ ਉਹ ਪੌੜੀਆਂ ਚੜ੍ਹ ਕੇ ਬਾਹਰ ਨਿਕਲਣ ਲੱਗਿਆ ਤਾਂ ਉਹਨੇ ਇੱਕ ਕੰਧ 'ਤੇ ਕਿਸੇ ਸ਼ਹਿਜ਼ਾਦੀ ਦੀ ਤਸਵੀਰ ਉਕਰੀ ਹੋਈ ਵੇਖੀ, ਜੋ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ। ਉਸ ਸ਼ਹਿਜ਼ਾਦੀ ਨੇ ਆਪਣੇ ਇੱਕ ਹੱਥ ਵਿੱਚ ਚੰਬੇਲੀ ਫੜੀ ਹੋਈ ਸੀ ਤੇ ਦੂਜੇ ਹੱਥ ਵਿੱਚ ਖੁੱਲ੍ਹੇ ਹੋਏ ਵਾਲ। ਇਹੋ ਜਾਪਦਾ ਸੀ ਕਿ ਉਹ ਚੰਬੇਲੀ ਨੂੰ ਵਾਲਾਂ ਵਿੱਚ ਸ਼ਿੰਗਾਰਨ ਲੱਗੀ ਹੋਵੇ। ਉਸਦੇ ਨੈਣ ਨਕਸ਼ ਬੜੇ ਤਿੱਖੇ ਸਨ। ਮਨ ਮੁਰੰਡਿਆ ਜਾਂਦਾ। ਵਜ਼ੀਰ ਪੁੱਤਰ ਉਸ ਚਿੱਤਰ ਨੂੰ ਇੱਕ ਟੱਕ ਵੇਖਦਾ ਰਹਿ ਗਿਆ। ਫਿਰ ਉਸ ਸੁਰਤੀ ਮੋੜੀ ਤੇ ਸੋਚਣ ਲੱਗਾ, ਰਾਜਕੁਮਾਰ ਬੜੇ ਮਨਚਲੇ ਸੁਭਾਅ ਦਾ ਏ। ਜੇ ਉਸਨੇ ਕਿਤੇ ਇਹ ਮੂਰਤ ਵੇਖ ਲਈ ਤਾਂ ਇਹਦਾ ਅਲੌਕਿਕ ਹੁਸਨ ਉਸਨੂੰ ਕੀਲ ਲਏਗਾ ਤੇ ਉਹ ਸ਼ਹਿਜ਼ਾਦੀ ਨੂੰ ਮਿਲਣ ਲਈ ਤਰਲੋ ਮੱਛੀ ਹੋਵੇਗਾ। ਪਤਾ ਨਹੀਂ ਸ਼ਹਿਜ਼ਾਦੀ ਕੌਣ ਹੈ, ਇਹ ਕੋਈ ਮੂਰਤ ਹੀ ਹੈ ਜਾਂ ਅਸਲ ਸ਼ਕਲ ਦੀ ਤਸਵੀਰ। ਕਿਧਰੇ ਕੋਈ ਮੁਸੀਬਤ ਨਾ ਖੜੀ ਹੋ ਜਾਵੇ। ਸੋ ਉਸਨੇ ਥੋੜ੍ਹੀ ਜਿਹੀ ਮਿੱਟੀ ਲੈ ਕੇ ਉਸਦਾ ਗਾਰਾ ਬਣਾਇਆ ਅਤੇ ਮੂਰਤ ਉੱਤੇ ਪਹੁੰਚ ਦਿੱਤਾ ਅਤੇ ਮੂਰਤ ਧੁੰਦਲੀ ਪੈ ਗਈ। ਫਿਰ ਉਹ ਪਾਣੀ ਲੈ ਕੇ ਰਾਜਕੁਮਾਰ ਕੋਲ ਪੁੱਜਾ। ਰਾਜਕੁਮਾਰ ਪਾਣੀ ਪੀ ਕੇ ਤਰੋ ਤਾਜ਼ਾ ਹੋ ਗਿਆ ਅਤੇ ਵਜ਼ੀਰ ਦੇ ਮੁੰਡੇ ਨੂੰ ਕਹਿਣ ਲੱਗਾ, ਚਲੋ ਉੱਥੇ ਹੀ ਚੱਲਦੇ ਹਾਂ ਜਿੱਥੋਂ ਪਾਣੀ ਲਿਆਂਦਾ ਜੇ। ਉੱਥੇ ਬੌਲੀ ਕੋਲ ਆਪਾਂ ਦੋਵੇਂ ਆਰਾਮ ਕਰਾਂਗੇ। ਉੱਥੇ ਕੋਈ ਜੀਅ-ਜੰਤਰੂ ਨਹੀਂ ਹੋ ਸਕਦਾ, ਉੱਥੇ ਕਿਸੇ ਭੂਤ ਪ੍ਰੇਤ ਦਾ ਵਾਸਾ ਹੋਵੇ। ਮੇਰੇ ਖਿਆਲ ਵਿੱਚ ਮੁੜ ਉੱਥੇ ਜਾਣਾ ਠੀਕ ਨਹੀਂ। ਵਜ਼ੀਰ ਪੁੱਤਰ ਨੇ ਟਾਲਣਾ ਚਾਹਿਆ। ਉਹ ਨਹੀਂ ਸੀ ਚਾਹੁੰਦਾ ਕਿ ਰਾਜਕੁਮਾਰ ਉਸ ਬੌਲੀ ਮੁੱਢ ਬਣੀ ਸ਼ਹਿਜ਼ਾਦੀ ਦੀ ਮੂਰਤ ਨੂੰ ਵੇਖੇ, ਪਰ ਰਾਜਕੁਮਾਰ ਨੇ ਉਹਦੀ ਇੱਕ ਨਾ ਸੁਣੀ। ਮੈਂ ਤਾਂ ਉੱਥੇ ਹੀ ਜਾ ਕੇ ਹੱਥ ਮੂੰਹ ਧੋ ਕੇ ਆਰਾਮ ਕਰਾਂਗਾ। ਜਦੋਂ ਵਜ਼ੀਰ ਪੁੱਤਰ ਦੀ ਕੋਈ ਪੇਸ਼ ਨਾ ਗਈ ਤਾਂ ਉਹ ਰਾਜਕੁਮਾਰ ਨੂੰ ਨਾਲ ਲੈ ਕੇ ਬਾਗ ਵਿੱਚ ਪੁੱਜਾ। ਬਾਗ ਵਿੱਚ ਵੰਨ ਸੁਵੰਨੇ ਫੁੱਲ ਖਿੜੇ ਹੋਏ ਸਨ। ਭੰਵਰੇ ਫੁੱਲਾਂ ਦੁਆਲੇ ਭਿਣ ਭਣਾ ਰਹੇ ਸਨ। ਪੰਛੀ ਗੀਤ ਅਲਾਪ ਰਹੇ ਸਨ। ਰਾਜਕੁਮਾਰ ਬਾਗ ਵਿੱਚ ਟਹਿਲਣ ਲੱਗਾ। ਫਿਰ ਉਹ ਬੌਲੀ ਵੱਲ ਗਿਆ। ਬੌਲੀ ਬੜੀ ਖੂਬਸੂਰਤ ਬਣੀ ਹੋਈ ਸੀ। ਰਾਜਕੁਮਾਰ ਨੇ ਪੌੜੀਆਂ ਉਤਰ ਕੇ ਬੁੱਕਾਂ ਨਾਲ ਪਾਣੀ ਪੀਤਾ, ਮੂੰਹ ਧੋਤਾ। ਪੌੜੀ ਚੜ੍ਹਦਿਆਂ ਉਸਨੂੰ ਇੱਕ ਕੰਧ ਉੱਤੇ ਮਿੱਟੀ ਪੋਚੀ ਹੋਈ ਵਿਖਾਈ ਦਿੱਤੀ। ਰਾਜਕੁਮਾਰ ਖੜਾ ਹੋ ਗਿਆ ਤੇ ਉਸਨੇ ਥੋੜ੍ਹੀ ਜਿਹੀ ਮਿੱਟੀ ਹੱਥਾਂ ਨਾਲ ਪੂੰਝੀ ਤਾਂ ਹੇਠਾਂ ਉਸਨੂੰ ਕਿਸੇ ਮੁਟਿਆਰ ਦੇ ਨੈਣ ਨਕਸ਼ ਉਗੜਦੇ ਵਿਖਾਈ ਦਿੱਤੇ। ਰਾਜਕੁਮਾਰ ਨੇ ਵਜ਼ੀਰ ਪੁੱਤਰ ਨੂੰ ਕੰਧ ਤੋਂ ਸਾਰੀ ਮਿੱਟੀ ਪੂੰਝਣ ਲਈ ਕਿਹਾ। ਵਜ਼ੀਰ ਪੁੱਤਰ ਨੇ ਟਾਲਣਾ ਚਾਹਿਆ, ਪਰ ਰਾਜਕੁਮਾਰ ਨੇ ਉਹਦੀ ਇੱਕ ਨਾ ਸੁਣੀ। ਜਦੋਂ ਵਜ਼ੀਰ ਪੁੱਤਰ ਨੇ ਮੂਰਤ ਤੋਂ ਮਿੱਟੀ ਪੂੰਝੀ ਤਾਂ ਹੇਠੋਂ ਸ਼ਹਿਜ਼ਾਦੀ ਦੀ ਤਸਵੀਰ ਉਗੜਦੀ ਵੇਖ ਰਾਜਕੁਮਾਰ ਹੈਰਾਨ ਰਹਿ ਗਿਆ। ਉਸਨੂੰ ਲੱਗਾ ਜਿਵੇਂ ਇੱਕ ਖੂਬਸੂਰਤ ਸ਼ਹਿਜ਼ਾਦੀ ਚੰਬੇਲੀ ਦੇ ਫੁੱਲ ਹੱਥ ਵਿੱਚ ਫੜੀ ਉਸਦਾ ਸਵਾਗਤ ਕਰ ਰਹੀ ਹੋਵੇ। ਉਫ, ਇਤਨੀ ਸੋਹਣੀ ਤੇ ਮਲੂਕ। ਰਾਜਕੁਮਾਰ ਦੇ ਮੂੰਹ ਵਿੱਚੋਂ ਨਿਕਲਿਆ, ਇਹ ਚੰਬੇਲੀ ਵਾਲੀ ਸ਼ਹਿਜ਼ਾਦੀ ਹੈ ਕੌਣ? ਕਿਤਨਾ ਚਿਰ ਰਾਜਕੁਮਾਰ ਇੱਕ ਟੱਕ ਉਸ ਵੱਲ ਵੇਖਦਾ ਰਿਹਾ ਤੇ ਫਿਰ ਹੌਂਕਾ ਭਰ ਕੇ ਕਹਿਣ ਲੱਗਾ, ਮੇਰਾ ਤਾਂ ਇਸ ਬਗੈਰ ਜੀਣਾ ਦੁਸ਼ਵਾਰ ਹੋ ਗਿਆ। ਰਾਜਕੁਮਾਰ ਤਰਸਦੀ ਮੂਰਤ ਬਣਾ ਖੜਿਆ ਸੀ। ਵਜ਼ੀਰ ਦਾ ਪੁੱਤਰ ਸਾਰੀ ਗੱਲ ਸੁਣ ਕੇ ਘਬਰਾ ਗਿਆ ਤੇ ਫਿਰ ਇੱਕੋ ਸਾਏ ਬੋਲਣ ਲੱਗਾ, ਇਹ ਸ਼ਹਿਜ਼ਾਦੀ ਪਤਾ ਨਹੀਂ ਹੈ ਕੌਣ। ਪਤਾ ਨਹੀਂ ਕਿਸ ਨੇ ਇਸ ਦੀ ਤਸਵੀਰ ਬਣਾਈ ਏ, ਕਦੋਂ ਬਣਾਈ ਏ। ਪਤਾ ਨਹੀਂ ਇਹ ਕੁਆਰੀ ਏ ਜਾਂ ਵਿਆਹੀ ਹੋਈ, ਮਰ ਚੁੱਕੀ ਏ ਜਾਂ ਫਿਰ ਜਿੰਦਾ ਏ। ਕੀ ਪਤਾ ਇਹ ਤਸਵੀਰ ਕਲਪਤ ਹੀ ਹੋਵੇ। ਜੇ ਤੂੰ ਮੇਰਾ ਸੱਚਾ ਹਮਦਰਦ ਏ ਨਾ ਤਾਂ ਸਾਰੀ ਗੱਲ ਦਾ ਪਤਾ ਲਗਾ ਕੇ ਦੱਸ। ਰਾਜਕੁਮਾਰ ਨੇ ਹੌਂਕਾ ਭਰਦਿਆਂ ਕਿਹਾ, ਇਹ ਸ਼ਹਿਜ਼ਾਦੀ ਮੇਰੀ ਜ਼ਿੰਦਗੀ ਬਣ ਚੁੱਕੀ ਏ। ਮੈਂ ਇਸੇ ਖਾਤਰ ਜੰਮਿਆ ਹਾਂ, ਇਸ ਦੇ ਬਗੈਰ ਹੁਣ ਮੈਂ ਜੀ ਨਹੀਂ ਸਕਾਂਗਾ ਅਤੇ ਹੁਣ ਜਿਉਂ ਕੇ ਲੈਣਾ ਵੀ ਕੀ ਹੈ। ਚਲੋ ਫਿਰ ਨੇੜੇ ਦੇ ਕਿਸੇ ਪਿੰਡ ਵਿੱਚ ਪਤਾ ਕਰਦੇ ਹਾਂ। ਵਜ਼ੀਰ ਪੁੱਤਰ ਨੇ ਕਾਫੀ ਲੰਮੀ ਸੋਚ ਮਗਰੋਂ ਮਜਬੂਰ ਹੋ ਕੇ ਕਿਹਾ, ਮੈਂ ਤਾਂ ਹੁਣ ਇੱਥੋਂ ਨਹੀਂ ਉਹ ਹਿੱਲਣਾ ਜਦ ਤੱਕ ਇਸ ਸ਼ਹਿਜ਼ਾਦੀ ਦਾ ਥੋਹ ਪਤਾ ਨਹੀਂ ਲੱਗ ਜਾਂਦਾ। ਮੈਂ ਇਸੇ ਤਸਵੀਰ ਦੇ ਸਾਹਮਣੇ ਬੈਠਾ ਇਸ ਦੀ ਪੂਜਾ ਕਰਾਂਗਾ। ਰਾਜਕੁਮਾਰ ਨੇ ਅੜੀ ਕੀਤੀ। ਅਖੀਰ ਮਜਬੂਰ ਹੋ ਕੇ ਵਜ਼ੀਰ ਪੁੱਤਰ ਉੱਥੋਂ ਇਕੱਲਾ ਹੀ ਘੋੜੇ ਉੱਤੇ ਸਵਾਰ ਹੋ ਕੇ ਚੱਲ ਪਿਆ। ਕਾਫੀ ਦੇਰ ਬਾਅਦ ਉਹ ਇੱਕ ਕਸਬੇ ਵਿੱਚ ਪੁੱਜਾ ਤੇ ਹਟਵਾਣੇ ਤੋਂ ਪੁੱਛਣ ਲੱਗਾ, ਉਸ ਵਿੱਚ ਜੰਗਲ ਵਿੱਚ ਜੋ ਬਾਗ ਹੈ ਉਹ ਕਿਸ ਰਾਜ ਦਾ ਹੈ? ਜੀ, ਉਹ ਬਾਗ ਕਿਸੇ ਰਾਜ ਦਾ ਨਹੀਂ, ਉਹ ਤਾਂ ਇੱਕ ਅਮੀਰ ਸੌਦਾਗਰ ਨੇ ਬਣਵਾਇਆ ਹੈ। ਹਟਵਾਣੇ ਨੇ ਜਵਾਬ ਦਿੱਤਾ। ਸੌਦਾਗਰ ਬੜਾ ਭਲਾ ਲੋਕ ਸੀ। ਉਸਦੀ ਆਪਣੀ ਕੋਈ ਔਲਾਦ ਨਹੀਂ ਸੀ। ਅੱਗਾ ਸਵਾਰਨ ਵਾਸਤੇ ਉਸਨੇ ਮੁਸਾਫਰਾਂ ਦੇ ਹਿੱਤ ਲਈ ਉੱਥੇ ਇੱਕ ਬੌਲੀ ਵੀ ਬਣਵਾਈ ਸੀ। ਉਹ ਬੌਲੀ ਜਿਸ ਮਿਸਤਰੀ ਨੇ ਬਣਾਈ ਹੈ ਉਹ ਕਿੱਥੇ ਰਹਿੰਦਾ? ਜੀ, ਨਾਲ ਦੇ ਪਿੰਡ ਵਿੱਚ ਰਹਿੰਦਾ ਏ। ਹੁਣ ਤਾਂ ਉਹ ਕਾਫੀ ਬੁੱਢਾ ਹੋ ਗਿਆ।
ਵਜ਼ੀਰ ਪੁੱਤਰ ਉਸ ਪਿੰਡ ਦਾ ਥੋੜ੍ਹਾ ਟਿਕਾਣਾ ਪੁੱਛ ਕੇ ਉੱਥੋਂ ਅੱਗੇ ਤੁਰ ਪਿਆ। ਸ਼ਾਮ ਤੱਕ ਉਹ ਮਿਸਤਰੀ ਦੇ ਘਰ ਜਾ ਪੁੱਜਾ। ਜਦੋਂ ਮਿਸਤਰੀ ਨੂੰ ਪਤਾ ਲੱਗਾ ਕਿ ਉਸਦੇ ਬੂਹੇ ਅੱਗੇ ਖੜਾ ਘੋੜਸਵਾਰ ਵਜ਼ੀਰ ਦਾ ਪੁੱਤਰ ਏ, ਤਾਂ ਉਸਨੇ ਬੜੇ ਆਦਰ ਨਾਲ ਸਵਾਗਤ ਕੀਤਾ ਅਤੇ ਉਸਨੂੰ ਬੈਠਕ ਵਿੱਚ ਲਿਜਾ ਕੇ ਬਿਠਾਇਆ। ਮਿਸਤਰੀ ਦੇ ਸਿਰ ਦੇ ਸਾਰੇ ਵਾਲ ਚਿੱਟੇ ਦੁੱਧ ਸਨ, ਅੱਖਾਂ ਗਿਰਦ ਟੋਹੇ, ਮੂੰਹ ਚੁਰੜੀਆਂ ਭਰਿਆ। ਜਾਪਦਾ ਉਮਰ ਨੇ ਉਸਨੂੰ ਕਾਫੀ ਥਕਾ ਦਿੱਤਾ ਸੀ। ਮਿਸਤਰੀ ਨੇ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਬੁਲਾਇਆ ਤੇ ਕਿਹਾ, ਇਹ ਸਾਡੇ ਖਾਸ ਮਹਿਮਾਨ ਨੇ, ਬੜੇ ਦੂਰੋਂ ਆਏ ਨੇ, ਇਹਨਾਂ ਵਾਸਤੇ ਫਲ ਮੇਵੇ ਤੇ ਦੁੱਧ ਲੈ ਕੇ ਆ। ਮਿਸਤਰੀ ਦੀ ਪਤਨੀ ਕਿਹੜੇ ਸੁਭਾਅ ਦੀ ਸੀ, ਗੁੱਸੇਲੀ ਤੇ ਝਗੜਾਲੂ, ਸਦਾ ਆਪਣੇ ਖਸਮ ਨਾਲ ਖੈਬੜਦੀ ਰਹਿੰਦੀ, ਜੋ ਮਨ ਵਿੱਚ ਆਉਂਦਾ ਕਰਦੀ। ਮਿਸਤਰੀ ਦੀ ਕਨਾ ਸੁਣਦੀ, ਸੋ ਬੁੜਬੁੜ ਕਰਦੀ ਉੱਥੋਂ ਚਲੀ ਗਈ। ਜਦੋਂ ਕਾਫੀ ਦੇਰ ਤੱਕ ਉਹ ਨਾ ਪਰਤੀ ਤਾਂ ਮਿਸਤਰੀ ਖੁਦ ਰਸੋਈ ਵਿੱਚ ਗਿਆ ਤੇ ਪਤਨੀ ਨੂੰ ਕੁਝ ਸਮਝਾਇਆ। ਤਾਂ ਉਹਦੀ ਪਤਨੀ ਗੁੜ ਦਾ ਸ਼ਰਬਤ ਬਣਾ ਕੇ ਵਜ਼ੀਰ ਦੇ ਪੁੱਤਰ ਅੱਗੇ ਰੱਖ ਗਈ। ਸ਼ਰਬਤ ਪੀ ਕੇ ਵਜ਼ੀਰ ਪੁੱਤਰ ਕਹਿਣ ਲੱਗਾ, ਉਹ ਜੰਗਲ ਵਾਲਾ ਬਾਗ ਤੁਸਾਂ ਬਣਾਇਆ? ਜੀ ਹਾਂ, ਉਹ ਮੈਂ ਹੀ ਬਣਾਇਆ। ਤੇ ਉਸ ਵਿਚਲੀ ਬੌਲੀ? ਉਹ ਮੇਰੇ ਵੱਡੇ ਭਰਾ ਨੇ ਬਣਾਈ ਹੈ। ਤੇ ਕੰਧ ਉੱਤੇ ਸ਼ਹਿਜ਼ਾਦੀ ਦੀ ਤਸਵੀਰ? ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ, ਮੇਰਾ ਵੱਡਾ ਭਰਾ ਹੀ ਸਭ ਕੁਝ ਦੱਸ ਸਕਦਾ ਹੈ। ਵਜ਼ੀਰ ਪੁੱਤਰ ਸੋਚਣ ਲੱਗਾ, ਇਹ ਆਦਮੀ ਖੁਦ ਹੀ ਇਤਨੀ ਵਡੇਰੀ ਉਮਰ ਦਾ ਏ, ਇਸ ਦਾ ਵੱਡਾ ਭਰਾ ਤਾਂ ਕਾਫੀ ਬਿਰਧ ਹੋਵੇਗਾ, ਉਹ ਮੇਰੀ ਕੀ ਮਦਦ ਕਰ ਸਕਦਾ ਹੈ? ਪਰ ਹੋਰ ਕੋਈ ਚਾਰਾ ਨਾ ਵੇਖ ਉਸਦੇ ਵੱਡੇ ਭਰਾ ਦਾ ਪਤਾ ਟਿਕਾਣਾ ਪੁੱਛ ਕੇ ਵਜ਼ੀਰ ਉੱਥੋਂ ਚੱਲ ਪਿਆ। ਮਿਸਤਰੀ ਦਾ ਵੱਡਾ ਭਰਾ ਕਿਸੇ ਅਗਲੇਰੇ ਪਿੰਡ ਵਿੱਚ ਰਹਿੰਦਾ ਸੀ। ਪੁੱਛਦਾ ਪਛਾਂਦਾ ਜਦੋਂ ਵਜ਼ੀਰ ਪੁੱਤਰ ਵੱਡੇ ਭਰਾ ਦੇ ਘਰ ਪੁੱਜਾ ਤਾਂ ਉਹ ਹੱਕਾ ਪੱਕਾ ਰਹਿ ਗਿਆ। ਉੱਥੇ ਜੋ ਆਦਮੀ ਉਸਨੂੰ ਮਿਲਿਆ ਉਹ ਮਿਸਤਰੀ ਦਾ ਵੱਡਾ ਨਹੀਂ, ਸਗੋਂ ਛੋਟਾ ਭਰਾ ਲੱਗ ਰਿਹਾ ਸੀ। ਵਜ਼ੀਰ ਪੁੱਤਰ ਨੇ ਪਹਿਲਾਂ ਆਪਣੀ ਤਸੱਲੀ ਕੀਤੀ, ਠੀਕ ਉਹ ਮਿਸਤਰੀ ਦਾ ਵੱਡਾ ਭਰਾ ਹੀ ਸੀ। ਉਸਦੇ ਸਿਰ ਦੇ ਕੁਝ ਵਾਲ ਅਜੇ ਕਾਲੇ ਸਨ, ਚਿਹਰੇ ਉੱਤੇ ਕੋਈ ਝੁਰੜੀ ਉੱਭਰ ਰਹੀ ਸੀ, ਪਰ ਅੱਖਾਂ ਦੀ ਚਮਕ ਅਜੇ ਬੁਝੀ ਨਹੀਂ ਸੀ। ਵੱਡੇ ਭਰਾ ਨੂੰ ਜਦੋਂ ਇਹ ਪਤਾ ਲੱਗਾ ਕਿ ਉਸਦੇ ਘਰ ਜੋ ਮਹਿਮਾਨ ਆਇਆ ਹੈ ਉਹ ਵਜ਼ੀਰ ਦਾ ਪੁੱਤਰ ਹੈ, ਤਾਂ ਉਸਨੇ ਉਸਨੂੰ ਬੜੇ ਆਦਰ ਮਾਣ ਨਾਲ ਬਿਠਾਇਆ। ਫਿਰ ਆਪਣੀ ਪਤਨੀ ਨੂੰ ਸੱਦ ਕੇ ਕਿਹਾ, ਇਹਨਾਂ ਦਾ ਸਾਡੇ ਘਰ ਆਉਣਾ ਧੰਨ ਭਾਗ ਹੈ, ਜਾਂ ਇਹਨਾਂ ਦੇ ਖਾਣੇ ਵਾਸਤੇ ਕੁਝ ਫਲ ਤੇ ਮੈਵੇ ਲੈ ਕੇ ਆ, ਮੈਂ ਚੁੱਲ੍ਹੇ ਚੌਂਕੇ ਵਿੱਚ ਰੁੱਝੀ ਹੋਈ ਹਾਂ। ਪਤਨੀ ਨੇ ਅੱਗੋਂ ਉੱਤਰ ਦਿੱਤਾ, ਤੁਸੀਂ ਥੋੜ੍ਹੀ ਦੇਰ ਠਹਿਰ ਜਾਓ, ਜੇ ਕਾਲੀ ਹੈ ਤਾਂ ਖੁਦ ਹੀ ਅੰਦਰੋਂ ਕੱਢ ਲਿਆਓ। ਥੋੜ੍ਹੀ ਦੇਰ ਬਾਅਦ ਉਸ ਦੀ ਪਤਨੀ ਵਿਹਲੀ ਹੋ ਕੇ ਆਈ ਤੇ ਅੰਦਰੋਂ ਫਲ ਤੇ ਮੇਵੇ ਲਿਆ ਕੇ ਉਸ ਵਜ਼ੀਰ ਦੇ ਮੁੰਡੇ ਅੱਗੇ ਰੱਖੇ। ਵਜ਼ੀਰ ਪੁੱਤਰ ਨੇ ਫਲ ਖਾਂਦੇ ਪੁੱਛਿਆ, ਬਾਗ ਵਾਲੀ ਬੋਲੀ ਤੁਸਾਂ ਬਣਾਈ ਸੀ? ਜੀ ਹਾਂ, ਮੈਂ ਹੀ ਬਣਾਈ ਸੀ। ਤੇ ਉਸ ਵਿੱਚ ਜੋ ਸ਼ਹਿਜ਼ਾਦੀ ਦੀ ਤਸਵੀਰ ਹੈ ਉਹ ਜੀ ਮੇਰੇ ਵੱਡੇ ਭਰਾ ਨੇ ਖੁਦ ਚਿੱਤਰੀ ਹੈ। ਉਹ ਬਹੁਤ ਸਿਆਣਾ ਚਿੱਤਰਕਾਰ ਹੈ, ਮੈਨੂੰ ਲੱਗਦਾ ਉਸ ਨੇ ਬਣਾਈ ਹੈ। ਉਹ ਤਸਵੀਰ ਕਿਸ ਸ਼ਹਿਜ਼ਾਦੀ ਦੀ ਹੈ ਤੇ ਉਹ ਕਿੱਥੇ ਰਹਿੰਦੀ ਹੈ? ਵਜ਼ੀਰ ਪੁੱਤਰ ਨੇ ਇੱਕੋ ਸਾਹ ਕਈ ਸਵਾਲ ਕੀਤੇ। ਜੀ ਇਹ ਤਾਂ ਮੇਰਾ ਵੱਡਾ ਭਰਾ ਹੀ ਜਾਣਦਾ, ਮੈਂ ਕੁਝ ਨਹੀਂ ਕਹਿ ਸਕਦਾ, ਤੁਸੀਂ ਉਹਨਾਂ ਤੋਂ ਹੀ ਪੁੱਛ ਲਿਓ। ਉਹਨਾਂ ਦਾ ਵੱਡਾ ਭਰਾ ਨੇੜੇ ਹੀ ਕਿਸੇ ਕਸਬੇ ਵਿੱਚ ਰਹਿੰਦਾ ਸੀ। ਵਜ਼ੀਰ ਪੁੱਤਰ ਉਸ ਦਾ ਥੋੜ੍ਹਾ ਟਿਕਾਣਾ ਪੁੱਛ ਕੇ ਉੱਥੋਂ ਅੱਗੇ ਚੱਲ ਪਿਆ। ਰਾਤ ਉਹਨੇ ਕਿਸੇ ਸਰਾਂ ਵਿੱਚ ਗੁਜ਼ਾਰੀ। ਅਗਲੇ ਦਿਨ ਵਜ਼ੀਰ ਪੁੱਤਰ ਪੁੱਛਦਾ ਪਛਾਉਂਦਾ ਚਿੱਤਰਕਾਰ ਭਰਾ ਦੇ ਘਰ ਪੁੱਜਾ। ਚਿੱਤਰਕਾਰ ਭਰਾ ਨੂੰ ਵੇਖ ਕੇ ਵਜ਼ੀਰ ਪੁੱਤਰ ਹੱਕਾ ਬੱਕਾ ਰਹਿ ਗਿਆ। ਸਭ ਤੋਂ ਵੱਡਾ ਭਰਾ ਦਾ ਸ਼ਕਲ ਸੂਰਤ ਦੇ ਰੰਗ ਰੂਪ ਵਿੱਚ ਇਹਨਾਂ ਤਿੰਨਾਂ ਤੋਂ ਛੋਟਾ ਲੱਗਦਾ ਸੀ। ਵਜ਼ੀਰ ਪੁੱਤਰ ਨੇ ਆਪਣੀ ਜਾਣ ਪਛਾਣ ਕਰਵਾਈ। ਚਿੱਤਰਕਾਰ ਉਸ ਨੂੰ ਬੜੇ ਆਦਰ ਨਾਲ ਇੱਕ ਬੈਠਕ ਵਿੱਚ ਲੈ ਗਿਆ। ਬੈਠਕ ਕਾਫੀ ਸਜੀ ਹੋਈ ਸੀ ਤੇ ਹਰ ਚੀਜ਼ ਸਲੀਕੇ ਨਾਲ ਟਿਕੀ ਹੋਈ ਸੀ। ਵਜ਼ੀਰ ਪੁੱਤਰ ਨੇ ਬੈਠਦਿਆਂ ਸਾਰ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ਪਹਿਲਾਂ ਤਾਂ ਮੈਂ ਇਹ ਗੱਲ ਜਾਣਨਾ ਚਾਹੁੰਦਾ ਕਿ ਤਿੰਨਾਂ ਭਰਾਵਾਂ ਵਿੱਚੋਂ ਤੁਸੀਂ ਸਭਨਾਂ ਤੋਂ ਵੱਡੇ ਹੋ, ਪਰ ਲੱਗਦੇ ਸਾਰਿਆਂ ਤੋਂ ਛੋਟੇ ਹੋ, ਇਹਦੇ ਵਿੱਚ ਕੀ ਰਾਜ਼ ਹੈ? ਅੱਛਾ, ਚਿੱਤਰਕਾਰ ਭਰਾ ਨੇ ਮੁਸਕਰਾਉਂਦੇ ਹੋਏ ਕਿਹਾ, ਘਬਰਾਓ ਨਾ, ਫਿਰ ਹਿਸਾਬੇ ਖੁੱਲ੍ਹ ਜਾਵੇਗਾ। ਝੱਟ ਕੁ ਮਗਰੋਂ ਚਿੱਤਰਕਾਰ ਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ, ਇਹ ਮੇਰੇ ਖਾਸ ਮਹਿਮਾਨ ਨੇ, ਇਹਨਾਂ ਲਈ ਉੱਪਰੋਂ ਕੁਝ ਫਲ ਲੈ ਕੇ ਆ। ਪਤਨੀ ਉਸੇ ਵੇਲੇ ਚੁਬਾਰੇ ਉੱਤੇ ਗਈ ਤੇ ਕੁਝ ਫਲ ਚੁੱਕ ਲਿਆਈ। ਨਹੀਂ, ਉੱਪਰ ਅਲਮਾਰੀ ਵਿੱਚ ਕੁਝ ਸੌਗੀ ਤੇ ਪਿਸਤਾ ਪਿਆ, ਉਹ ਵੀ ਥੋੜ੍ਹਾ ਜਿਹਾ ਲਿਆ। ਪਤਨੀ 7 ਵਜਨ ਕਹਿ ਕੇ ਉਸੇ ਪੈਰ ਪਰਤ ਗਈ ਤੇ ਉੱਪਰੋਂ ਸੌਗੀ ਤੇ ਪਿਸਤਾ ਵੀ ਲਿਆਈ। ਓਹੋ, ਹਮਾਰਾ ਤੁਹਾਨੂੰ ਭੁੱਲੇ ਗਿਆ ਸੀ ਕਹਿਣਾ, ਉੱਪਰ ਨਾ ਅਲਮਾਰੀ ਵਿੱਚ ਨਾ ਕਾਗਜ਼ੀ ਬਦਾਮ ਪਏ ਨੇ, ਉਹਨਾਂ ਦੇ ਗਿਰੇ ਵੀ ਕੱਢ ਕੇ ਲਿਆ। ਪਤਨੀ ਕੋਲ 7 ਵਚਨ ਕਹਿ ਕੇ ਉੱਪਰ ਗਈ ਤੇ ਬਦਾਮਾਂ ਦੀਆਂ ਕੁਝ ਗਿਰੀਆਂ ਵੀ ਤੋੜ ਲਿਆਈ। ਵਜ਼ੀਰ ਦਾ ਪੁੱਤਰ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਿਆ। ਫਿਰ ਕਹਿਣ ਲੱਗਾ, ਬੜੇ ਭਾਗਵਾਨ ਹੋ ਤੁਸੀਂ, ਜਿਨ੍ਹਾਂ ਨੂੰ ਇਤਨੀ ਸਿਦਕਵਾਨ ਪਤਨੀ ਮਿਲੀ ਹੈ। ਬਸ ਇਹੋ ਮੇਰੀ ਚੰਗੀ ਸਿਹਤ ਦਾ ਰਾਜ ਹੈ। ਚਿੱਤਰਕਾਰ ਭਰਾ ਨੇ ਸਮਝਾਇਆ, ਮੇਰੇ ਸਭ ਤੋਂ ਛੋਟੇ ਭਰਾ ਦੀ ਪਤਨੀ ਬੜੀ ਝਗੜਾਲੂ ਹੈ, ਪਤੀ ਦੀ ਕੋਈ ਗੱਲ ਨਹੀਂ ਮੰਨਦੀ, ਹਰ ਗੱਲ ਪੁੱਠੀ ਕਰਦੀ ਹੈ, ਇਸੇ ਲਈ ਉਹ ਝੂਰਦਾ ਰਹਿੰਦਾ ਤੇ ਜਵਾਨੀ ਵਿੱਚ ਹੀ ਬੁਢੇਪਾ ਭੋਗ ਰਿਹਾ ਹੈ। ਵਿਚਕਾਰਲੇ ਭਰਾ ਦੀ ਦਰਮਿਆਨੇ ਸੁਭਾਅ ਦੀ ਹੈ, ਕੁਝ ਗਰਮ ਕੁਝ ਨਰਮ। ਆਪ ਭਾਵੇਂ ਉਸ ਦੀ ਮਦਦ ਨਾ ਕਰੇ, ਪਰ ਜੋ ਕੁਝ ਉਹ ਕਰਨਾ ਚਾਹੇ ਉਸ ਨੂੰ ਵਰਜਦੀ ਨਹੀਂ, ਇਸ ਲਈ ਉਹ ਆਪਣੀ ਉਮਰ ਤੋਂ ਨਾ ਵੱਡਾ ਲੱਗਦਾ ਹੈ ਤੇ ਨਾ ਹੀ ਛੋਟਾ।
ਤੇ ਮੇਰੀ ਪਤਨੀ ਸੁਭਾਅ ਦੀ ਮਿੱਠੀ ਏ, ਲਿੱਸੀ ਤੇ ਹਲੀਮੀ ਵਾਲੀ। ਸਾਡਾ ਕਦੇ ਕਿਸੇ ਗੱਲ ਤੇ ਤਕਰਾਰ ਨਹੀਂ ਹੋਇਆ, ਇਸੇ ਲਈ ਮੈਂ ਆਪਣੀ ਉਮਰ ਤੋਂ ਛੋਟਾ ਲੱਗਦਾ ਹੈ। ਤੇ ਫਿਰ ਚਿੱਤਰਕਾਰ ਭਰਾ ਥੋੜ੍ਹੀ ਦੇਰ ਲਈ ਵਜ਼ੀਰ ਪੁੱਤਰ ਵੱਲ ਇੱਕ ਟੱਕ ਵੇਖਦਾ ਰਿਹਾ ਤੇ ਕਹਿਣ ਲੱਗਾ, ਹੁਣ ਤੁਸੀਂ ਆਪਣੀ ਗੱਲ ਦੱਸੋ, ਕਿੱਧਰ ਆਏ ਹੋ? ਵਜ਼ੀਰ ਪੁੱਤਰ ਨੇ ਸੰਖੇਪ ਵਿੱਚ ਹਰ ਹਾਲ ਸੁਣਾ ਕੇ ਪੁੱਛਿਆ, ਕੀ ਉਹ ਬੋਲੀ ਵਾਲੀ ਮੂਰਤ ਤੁਸਾਂ ਹੀ ਬਣਾਈ ਹੈ? ਜੀ, ਉਹ ਮੇਰੀ ਹੀ ਬਣਾਈ ਹੋਈ ਹੈ। ਤੇ ਉਹ ਮੁਟਿਆਰ ਕੌਣ ਹੈ? ਕਿਤਨੀ ਕੁ ਉਮਰ ਦੀ ਹੈ? ਵਿਆਹੀ ਹੈ ਜਾਂ ਕੁਆਰੀ ਹੈ? ਮੈਂ ਉਸ ਬਾਰੇ ਕੁਝ ਨਹੀਂ ਜਾਣਦਾ, ਸਿਵਾਏ ਇਸ ਦੇ ਕਿ ਉਹ ਚੰਬੇ ਦੀ ਰਾਜਕੁਮਾਰੀ ਹੈ। ਤੁਸੀਂ ਉਸ ਨੂੰ ਕਿੱਥੇ ਵੇਖਿਆ? ਮੈਂ ਵੀ ਕਿੱਥੇ ਵੇਖੀਏ, ਮੈਂ ਤਾਂ ਉਹਦਾ ਅਕਸ ਨਿਰਮਲ ਜਲ ਵਿੱਚ ਲਹਿਰਦਾ ਵੇਖਿਆ ਸੀ ਤੇ ਉਸੇ ਵੇਲੇ ਉੱਥੇ ਹੀ ਮੈਂ ਉਸ ਦੀ ਮੂਰਤ ਵਾਹ ਦਿੱਤੀ। ਪਰ ਚਿੱਤਰਕਾਰ ਨੇ ਵੇਰਵੇ ਨਾਲ ਸਾਰੀ ਗੱਲ ਦੱਸੀ। ਉਹ ਇੱਕ ਵਾਰ ਚੰਬੇ ਦੇ ਇਲਾਕੇ ਵਿੱਚ ਘੁੰਮਣ ਫਿਰਨ ਲਈ ਗਿਆ। ਝੀਲ ਦੇ ਕੰਢੇ 'ਤੇ ਰਾਜੇ ਦਾ ਮਹਿਲ ਸੀ। ਉਹ ਬੇੜੀ ਵਿੱਚ ਬੈਠਾ ਝੀਲ ਦੀ ਸੈਰ ਕਰ ਰਿਹਾ ਸੀ। ਚਾਰ ਚੁਫੇਰੇ ਬੜੇ ਸੁੰਦਰ ਦ੍ਰਿਸ਼ ਸਨ। ਮਹਿਲ ਵੱਲ ਝਾਕਣ ਦੀ ਮਨਾਹੀ ਸੀ, ਇਸ ਲਈ ਨਜ਼ਰ ਪਾਣੀ 'ਤੇ ਸੀ। ਚੰਬੇ ਦੀ ਰਾਜਕੁਮਾਰੀ ਮਹਿਲ ਦੀ ਇੱਕ ਖਿੜਕੀ ਵਿੱਚ ਬੈਠੀ ਵਾਲ ਗੁੰਦ ਰਹੀ ਸੀ। ਉਸ ਦੇ ਇੱਕ ਹੱਥ ਵਿੱਚ ਚਮੇਲੀ ਸੀ। ਜਿਉਂ ਹੀ ਉਹ ਚਮੇਲੀ ਦੇ ਫੁੱਲਵਾੜਾ ਵਿੱਚ ਗੁੰਦਣ ਲੱਗੀ, ਫਿਰ ਚਿੱਤਰਕਾਰ ਨੇ ਉਹਦਾ ਅਕਸ ਨਿਰਮਲ ਜਲ ਵਿੱਚ ਵੇਖਿਆ ਤੇ ਉਸੇ ਪਲ ਕਲਮ ਨਾਲ ਉਸ ਦਾ ਚਿਹਰਾ ਉਲੀਕ ਦਿੱਤਾ। ਇਸ ਤੋਂ ਵੱਧ ਰਾਜਕੁਮਾਰੀ ਬਾਰੇ ਉਹ ਹੋਰ ਕੁਝ ਨਹੀਂ ਸੀ ਜਾਣਦਾ। ਸ਼ਹਿਜ਼ਾਦੀ ਬਾਰੇ ਸਾਰੇ ਹਾਲਾਤ ਜਾਣ ਕੇ ਵਜ਼ੀਰ ਪੁੱਤਰ ਰਾਜਕੁਮਾਰ ਕੋਲ ਵਾਪਸ ਬਾਗ ਵਿੱਚ ਪਰਤ ਆਇਆ। ਚਮੇਲੀ ਦੇ ਵਿਯੋਗ ਵਿੱਚ ਰਾਜਕੁਮਾਰ ਤਰਸ ਦੀ ਮੂਰਤ ਬਣਿਆ ਬੈਠਿਆ ਸੀ, ਵਾਲ ਖਿੰਡੇ ਹੋਏ, ਚਿਹਰਾ ਮਸੋਸਿਆ ਹੋਇਆ, ਪਰ ਦਿਲ ਵਿੱਚ ਇਸ਼ਕ ਦੀ ਮੱਚੀ ਲਾਟ ਨਾਲ ਚਿਹਰੇ ਤੇ ਅੱਖਾਂ ਵਿੱਚ ਚਮਕ ਸੀ। ਵਜ਼ੀਰ ਪੁੱਤਰ ਨੇ ਰਾਜਕੁਮਾਰ ਨੂੰ ਬੜਾ ਸਮਝਾਇਆ ਕਿ ਉਹ ਸ਼ਹਿਜ਼ਾਦੀ ਦਾ ਖਿਆਲ ਮਨੋਂ ਕੱਢ ਦੇਵੇ, ਪਰ ਰਾਜਕੁਮਾਰ ਦੇ ਵੱਸੋਂ ਬਾਹਰੀ ਗੱਲ ਸੀ।